ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹਿਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰਿ ਸਰਣੀ। ਰਹਾਉ ਕਰਤ ਵਿਕਾਰ ਦੋ ਕਰ ਚਾਰਤ, ਰਾਮ ਰਤਨ ਰਿਦ ਤਿਲ ਨਹੀਂ ਤਾਰਤ। ਭਰਨ ਭੁਖਨ ਸੰਗ ਓਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਰਣ ਸਮਰਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਸਰਣ ਸਮਰਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋਂ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰਮੁਖ ਜਨੋਂ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਇਸ ਸਥਾਨ 'ਤੇ ਇਹ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸੋਹੀ ਮਹਿਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਇਹ ਪਾਵਨ ਮੁੱਖ ਵਾਕ ਸੋਹੀ ਰਾਗ ਦੇ ਵਿੱਚ ਪਾਵਨ ਅੰਕ 743 ਦੇ ਉੱਤੇ ਦਰਜ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਮੁੱਖ ਵਾਕ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ ਸਤਿਗੁਰੂ ਜੀ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਰਹਾਉ ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਬਾਕੀ ਦੇ ਜਿਹੜੇ ਪਦੇ ਨੇ ਉਸ ਪਾਵਨ ਪਵਿੱਤਰ ਬੋਲਾਂ ਦੀ ਹੀ ਪਰਿਕਰਮਾ ਕਰ ਰਹੇ ਹਨ, ਜਿਹੜੇ ਬੋਲ ਇਸ ਰਾਹੋ ਦੇ ਪਦੇ ਵਿੱਚ ਦਰਜ ਹਨ। ਆਖ ਰਹੇ ਹਨ, ਹੇ ਭਾਈ ਦਿਨ ਰਾਤ ਸਦਾ ਮਾਇਆ ਦੇ ਪਤੀ ਪਰਮਾਤਮਾ ਦੇ ਨਾਮ ਨੂੰ
ਸਿਮਰਿਆ ਕਰ, ਨਾਮ ਨੂੰ ਭਜਿਆ ਕਰ। ਜਨਮ ਪਦਾਰਥ ਜੀਤ ਹਰ ਸਰਨੀ, ਸਤਿਗੁਰ ਆਖਣ ਲੱਗੇ ਪਰਮਾਤਮਾ ਦੀ ਸ਼ਰਨ ਵਿੱਚ ਕੀਮਤੀ ਮਨੁੱਖਾ ਜੀਵਨ ਰੂਪੀ ਇਹ ਜਿਹੜੀ ਤੈਨੂੰ ਬਾਜੀ ਪ੍ਰਾਪਤ ਹੋਈ ਹੈ, ਮਨੁੱਖਾ ਜੀਵਨ ਪ੍ਰਾਪਤ ਹੋਇਆ, ਇਹ ਜਿੱਤ ਲੈ, ਮਨੁੱਖਾ ਜੀਵਨ ਦੀ ਬਾਜੀ ਨੂੰ ਸਫਲੀ ਕਰ ਲੈ। ਪਹਿਲੇ ਬੰਦ ਵਿੱਚ ਮਹਾਰਾਜ ਆਖਣ ਲੱਗੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਆਖਣ ਲੱਗੇ ਹੈ ਭਾਈ, ਜੀਵਨ ਨਦੀ ਵਹਿੰਦੀ ਜਾ ਰਹੀ ਹੈ, ਆਓ ਜੀਵਨ ਬਤੀਤ ਹੁੰਦਾ ਜਾ ਰਿਹਾ ਹੈ, ਕਦੇ ਦ੍ਰਿਸ਼ਟ ਨਾ ਧਾਰਤ, ਪਰ ਤੂੰ ਇੱਧਰ ਧਿਆਨ ਹੀ ਨਹੀਂ ਧਰਦਾ, ਪਾਓ ਕਿਸ ਪਾਸੇ ਦੇਖਦਾ ਹੀ ਨਹੀਂ ਕਿ ਤੇਰੀ ਜੀਵਨ ਰੂਪੀ ਨਦੀ ਵਗਦੀ ਜਾ ਰਹੀ ਹੈ। ਸਵਾਸ ਜਿਹੜੇ ਨੇ ਉਹ ਵਗਦੇ ਜਾ ਰਹੇ ਹਨ, ਤੇਰੀ ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ, ਪਰ ਇਸ ਵਾਲੇ ਪਾਸੇ ਤੂੰ ਕਦੀ ਧਿਆਨ ਹੀ ਨਹੀਂ ਧਰਦਾ। ਇਹ ਮਹਾਰਾਜ ਆਖਣ ਲੱਗੇ ਮਿਥਿਆ ਮੋਹ ਬੰਧੈ ਨਿਤ ਪਾਰਜ। ਹੇ ਭਾਈ, ਤੂੰ ਨਾਸਬੰਦ ਪਦਾਰਥਾਂ ਦੇ ਮੋਹ ਦੇ ਬਾਣ ਨੂੰ ਹੀ ਬੰਨ੍ਹਿਆ ਹੈ, ਪਾਓ ਕਿ ਇਹ ਪਦਾਰਥਾਂ ਦੀਆਂ ਪੰਡਾਂ ਹੀ ਬੰਨ੍ਹਣ 'ਤੇ ਲੱਗਿਆ ਹੋਇਆ ਹੈ। ਇਸ ਮੋਹ ਦੇ ਵਿੱਚ ਹੀ ਤੂੰ ਫਸਿਆ ਹੋਇਆ ਹੈ। ਅਗਲੇ ਵਚਨ ਕੀਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਆਖਣ ਲੱਗੇ ਕਰਤ ਵਿਕਾਰ ਦੋ ਕਰ ਝਾਰਤ। ਦੋ ਦਾ ਅਰਥ ਹੈ ਦੋ, ਕਰ ਕਹਿੰਦੇ ਨੇ ਹੱਥ ਨੂੰ, ਝਾੜ ਦਾ ਅਰਥ ਹੈ ਝਾੜਦਿਆਂ। ਆਓ ਕਿ ਦੋਵੇਂ ਹੱਥ ਝਾੜਦਿਆਂ, ਦੋਵੇਂ ਹੱਥ ਧੋ ਕੇ। ਇਸ ਦਾ ਅਰਥ ਕਰਾਂਗੇ ਕਿ ਤੂੰ ਹਾਨ ਲਾਭ ਵਿਚਾਰਨ ਤੋਂ ਬਿਨਾਂ ਹੀ ਮਨੁੱਖਾ ਜੀਵਨ ਵਿਕਾਰਾਂ ਦੇ ਵਿੱਚ ਬਤੀਤ ਕਰ ਰਿਹਾ। ਆਓ ਤੂੰ ਇਹ ਨਹੀਂ ਵੇਖ ਰਿਹਾ ਕਿ ਇਸ ਸਰੀਰ ਨੂੰ ਪ੍ਰਾਪਤ ਕਰਕੇ ਕੀ ਲਾਭ ਹੋਇਆ, ਕੀ ਘਾਟਾ ਹੋ ਰਿਹਾ। ਇਹ ਗੱਲ ਵੇਖਣ ਤੋਂ ਬਿਨਾਂ ਹੀ ਤੂੰ ਵਿਕਾਰਾਂ ਦੇ ਵਿੱਚ ਆਪਣੇ ਮਨੁੱਖਾ ਜੀਵਨ ਨੂੰ ਅਜਾਈ ਗਵਾ ਰਿਹਾ ਹੈ। ਅਤੇ ਸਤਿਗੁਰ ਆਖਣ ਲੱਗੇ ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਆਖਣ ਲੱਗੇ ਪਰਮਾਤਮਾ ਦੇ ਰਤਨ ਵਰਗੇ ਕੀਮਤੀ ਨਾਮ ਨੂੰ ਹਿਰਦੇ ਵਿੱਚ ਤੂੰ ਧਾਰਨ ਨਹੀਂ ਕੀਤਾ, ਭਾਵ ਟਿਕਾਇਆ ਨਹੀਂ ਹੈ। ਤਿਲ ਮਾਤਰ ਵੀ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾਇਆ ਨਹੀਂ, ਅਤੇ ਕੀਮਤੀ ਜਿਹੜਾ ਨਾਮ ਸੀ ਉਹ ਤੇਰੇ ਹਿਰਦੇ 'ਚ ਵਸਿਆ ਨਹੀਂ। ਤੂੰ ਤਿਲ ਮਾਤਰ ਵੀ ਉਸ ਨੂੰ ਧਾਰਨ ਨਹੀਂ ਕੀਤਾ, ਸਗੋਂ ਵਿਕਾਰਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ, ਲੰਘਾ ਰਿਹਾ ਹੈ। ਮਹਾਰਾਜ ਕਹਿਣ ਲੱਗੇ ਕਰਕੇ ਰਿਹਾ ਭਰਨ ਪੋਖਣ ਸੰਗ ਓਦ ਬਿਆਨੀ। ਆਪਣੀ ਜ਼ਿੰਦਗੀ ਪਾਲਣ ਪੋਸ਼ਣ ਦੇ ਵਿੱਚ ਹੀ ਬਤੀਤ ਕਰ ਰਿਹਾ ਹੈ। ਆਓ ਕਿ ਪਾਲਣ ਪੋਸ਼ਣ ਤੋਂ ਸਿਵਾ ਹੋਰ ਕੋਈ ਤੈਨੂੰ ਧਿਆਨ ਹੀ ਨਹੀਂ ਹੈ ਕਿ ਮਨੁੱਖਾ ਜੀਵਨ ਦਾ ਫਰਜ਼ ਕੀ ਹੈ, ਮਨੁੱਖਾ ਜੀਵਨ ਕਿਉਂ ਪ੍ਰਾਪਤ ਹੋਇਆ, ਇਸ ਪਾਸੇ ਤੂੰ ਕਦੇ ਧਿਆਨ ਹੀ ਨਹੀਂ ਧਰਦਾ। ਅਗਲੇ ਵਚਨ ਕੀਤੇ ਮਹਾਰਾਜ ਨੇ ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਆਖਣ ਲੱਗੇ ਜਗਤ ਦੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਤੋਂ ਪ੍ਰਾਪਤ ਹੋਈ ਆਤਮਿਕ ਆਨੰਦ ਦੀ ਅਵਸਥਾ ਨੂੰ ਤੂੰ ਹੁਣ ਵੀ ਜਾਣਿਆ ਨਹੀਂ ਹੈ। ਆਓ ਕਿ ਪਰਮਾਤਮਾ ਦੀ ਸਿਫਤ ਸਲਾਹ ਤੋਂ ਜੋ ਆਤਮਿਕ ਆਨੰਦ ਦੀ ਅਵਸਥਾ ਹਾਸਲ ਹੁੰਦੀ ਹੈ, ਉਸ ਅਵਸਥਾ ਨੂੰ ਜਾਣਿਆ ਨਹੀਂ, ਉਸ ਗਤ ਨੂੰ ਜਾਣਿਆ ਨਹੀਂ। ਅਤੇ ਮਹਾਰਾਜ ਕਹਿਣ ਲੱਗੇ ਸਰਨ ਸਮਰਥ ਅਗੋਚਰ ਸੁਆਮੀ। ਸਮਰਥ ਕਹਿੰਦੇ ਨੇ ਹੇ ਸਭ ਤਾਕਤਾਂ ਦੇ ਮਾਲਕ। ਅਗੋਚਰ ਦਾ ਅਰਥ ਹੈ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਰਹਿਣ ਵਾਲੇ। ਸੁਆਮੀ ਦਾ ਅਰਥ ਹੈ ਹੇ ਮਾਲਕ ਸਰਨ, ਮੈਂ ਤੇਰੀ ਸਰਨ ਆਇਆ ਹਾਂ। ਉਧਰ ਨਾਨਕ ਪ੍ਰਭ ਅੰਤਰ ਜਾਮੀ। ਨਾਨਕ ਆਖਦਾ ਹੈ ਕਿ ਮੈਨੂੰ ਇਹਨਾਂ ਵਿਕਾਰਾਂ ਦੇ ਵਿੱਚੋਂ ਹੇ ਮਾਲਕ ਪ੍ਰਭੂ ਬਚਾ ਲੈ। ਪ੍ਰਭੂ ਦਾ ਅਰਥ ਹੈ ਤੂੰ ਮੇਰਾ ਮਾਲਕ ਹੈ। ਅੰਤਰਜਾਮੀ, ਤੂੰ ਮੇਰੇ ਦਿਲਾਂ ਦੀ ਜਾਣਨ ਵਾਲਾ ਹੈ। ਹੇ ਮਾਲਕ ਤੂੰ ਕਿਰਪਾ ਕਰ ਨਾਨਕ ਨੂੰ। ਆਓ ਗੁਰੂ ਅਰਜਨ ਦੇਵ ਜੀ ਮਹਾਰਾਜ ਆਖ ਰਹੇ ਨੇ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈ, ਮੈਂ ਵਿਕਾਰਾਂ ਦੇ ਵਿੱਚ ਡੁੱਬ ਰਿਹਾ ਹਾਂ। ਇਸ ਤਰ੍ਹਾਂ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਹੋ ਰਹੀ ਹੈ, ਤੂੰ ਆਪ ਕਿਰਪਾ